ਸਾਡੀ ਨਸਲਕੁਸ਼ੀ ਹੋਈ ਹੈ ਇੱਕ 1984 ਤੋਂ ਲੈ ਕੇ 1995 ਤੱਕ, ਜਿਹੜੀ ਅਸੀਂ ਦੇਖੀ ਆ। ਸਾਡੇ ਮੁੰਡਿਆਂ ਦੀ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਗਲੀਆਂ ਨਹਿਰਾਂ ਦੇ ਵਿੱਚ ਲਾਸ਼ਾਂ ਰੋੜੀਆਂ ਗਈਆਂ। ਜਿਹੜੀ ਸਾਡੀ ਹੁਣ ਨਸਲਕੁਸ਼ੀ ਹੋ ਰਹੀ ਆ, ਇਹ ਸਾਇਲੈਂਟ ਨਸਲਕੁਸ਼ੀ ਆ। ਅਸੀਂ ਮਹਿਸੂਸ ਕਰ ਸਕਦੇ ਹਾਂ, ਇੱਕ ਟਾਈਮ ਗੋਲੀਆਂ ਨਾਲ ਮਾਰਤਾ ਸਾਡੀ ਕੌਮ ਨੂੰ, ਤੇ ਹੁਣ ਸਾਡੀ ਨੌਜਵਾਨੀ ਆ ਜਿਹੜੀ ਉਹਨੂੰ ਚਿੱਟੇ ਦੇ ਨਾਲ ਮਾਰਿਆ ਜਾ ਰਿਹਾ। ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਆ। ਇਕੱਲੇ ਸਮਰਾਲੇ 'ਚ ਨਹੀਂ, ਜਿਹੜੀ ਨਸ਼ੇ ਦੀ ਅੱਗ ਆ, ਸਾਡੇ ਉਜਾੜੇ ਦੀ ਅੱਗ ਹੈ, ਪੂਰੇ ਪੰਜਾਬ 'ਚ ਲੱਗੀ ਹੋਈ। ਜਦੋਂ ਦਿੱਲੀ ਨੂੰ ਗਏ ਆ ਨਾ, ਪੰਜਾਬ ਦੇ ਵਿੱਚੋਂ ਪਹਿਲੀ ਗ੍ਰਿਫਤਾਰੀ ਮੇਰੀ ਹੋਈ ਆ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ। ਮੈਂ ਸੋਚਿਆ 117 MLA ਸਾਡੇ ਲੀਡਰ ਕਿੱਥੇ ਨੇ? ਇੱਕ ਦਿਨ ਵੀ ਜਾ ਕੇ ਇਹਨਾਂ ਨੇ ਮੋਦੀ ਦਾ ਘਰਾਓ ਨਹੀਂ ਕੀਤਾ, ਇੱਕ ਦਿਨ ਵੀ ਜਾ ਕੇ ਇਹਨਾਂ ਨੇ ਪਾਰਲੀਮੈਂਟ ਨਹੀਂ ਘੇਰੀ। ਇਹ ਤਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੀਆਂ ਤਿਆਰੀਆਂ ਕਰ ਰਹੇ ਸੀ। ਪੰਜਾਬ ਦੇ ਪਾਣੀਆਂ ਲਈ, ਭਾਸ਼ਾ ਲਈ, ਸਾਡੇ ਪੁੱਤਾਂ ਲਈ ਜੋ ਵੀ ਸਾਡੇ ਮੁੱਦੇ ਨੇ ਉਹਨਾਂ ਲਈ ਅਸੀਂ ਆਪ ਲੜਨਾ, ਫਿਰ ਅਸੀਂ MLA ਕਿਉਂ ਨਹੀਂ ਬਣ ਸਕਦੇ? ਦੇਖੋ ਜੀ, ਰਾਜੇਵਾਲ ਸਾਹਿਬ ਦੇ ਖਿਲਾਫ ਮੈਂ ਨਹੀਂ ਇਲੈਕਸ਼ਨ ਲੜ ਰਿਹਾ। ਰਾਜੇਵਾਲ ਸਾਹਿਬ ਮੇਰੇ ਖਿਲਾਫ ਆਏ ਨੇ, ਕਦੇ ਇੱਥੋਂ ਚਲੇ ਜਾਓ, ਤੁਹਾਡੀ ਸਾਨੂੰ ਕੋਈ ਲੋੜ ਨਹੀਂ। ਉਹੀ ਪਾਲਿਸੀ ਵੀ ਨੌਜਵਾਨਾਂ ਨੂੰ ਉਹ ਪਸੰਦ ਨਹੀਂ ਕਰਦੇ ਹੈਗੇ। ਜੋ ਸਿਆਣੇ ਹੁੰਦੇ ਤਾਂ ਸਾਨੂੰ ਥਾਪੜਾ ਦੇ ਸਕਦੇ ਸੀਗੇ ਵੀ ਹਾਂਜੀ ਤੁਸੀਂ ਇਲੈਕਸ਼ਨ ਲੜੋ। ਹੋ ਸਕਦਾ ਕਿ ਉਹਨਾਂ ਗੱਲਾਂ ਦੇ ਵਿੱਚ ਹੇਰ ਫੇਰ ਲੱਗਦਾ ਹੈ, ਤਾਂ ਜਾਂ ਫਿਰ ਜਾਣ-ਬੁੱਝ ਕੇ ਨੌਜਵਾਨਾਂ ਨੂੰ ਜਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਰਾਜੇਵਾਲ ਸਾਹਿਬ ਵੱਲੋਂ ਟਾਰਗੇਟ ਕੀਤਾ ਜਾਂਦਾ ਸੀ। ਫੇਰ ਬਦਲ ਨਹੀਂ ਹੁੰਦੀ, ਜਾਣ ਬੁੱਝ ਕੇ ਜਿਹੜਾ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਇਸ ਤੋਂ ਕਿਹਾ ਗਿਆ ਸੀਗਾ ਵੀ ਦੀਪ ਸਿੱਧੂ ਰਾਜਨੀਤੀ ਕਰਨ ਆ ਰਿਹਾ ਤੇ ਨੌਜਵਾਨ ਰਾਜਨੀਤੀ ਕਰਨ ਆ ਰਹੇ ਨੇ, ਪਰ ਹੋ ਗਿਆ ਉਲਟਾ ਕੰਮ। ਅੱਜ ਦੀਪ ਸਿੱਧੂ ਤਾਂ ਇਲੈਕਸ਼ਨ ਲੜ ਨਹੀਂ ਰਿਹਾ, ਰਾਜੇਵਾਲ ਸਾਹਿਬ ਇਲੈਕਸ਼ਨ ਲੜਨ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਮਝਦੇ ਹੋ ਨਾ, ਤਾਂ ਬਾਬਾ ਬੰਦਾ ਸਿੰਘ ਦੇ ਵਾਰਸ ਆਪਣੀ ਦਾੜੀ ਕੇਜਰੀਵਾਲ ਦੇ ਹੱਥ 'ਚ ਨਾ ਫੜਾਉਣ। ਜਿਹੜੀ ਇਹ ਚੱਲੀ ਹੋਈ ਹੈ ਨਾ ਟੋਪੀ ਵਾਲੀ ਟੀਮ, ਇਹਨਾਂ ਦਾ ਇੱਕ ਬਹੁਤ ਵੱਡਾ ਭਾਰੀ ਗੰਦਾ ਏਜੰਡਾ ਲੈ ਕੇ ਚੱਲੇ ਹੋਏ ਨੇ। ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਹੈ। ਪਾਰਟੀਆਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਜਿਹੜੇ ਕੇਵਲ ਲੋਕ ਲੁਭਾਊ ਵਾਅਦੇ ਨੇ। ਪਰ ਜਦੋਂ ਚੋਣਾਂ ਤੋਂ ਬਾਅਦ ਦਾ ਜਿਹੜਾ ਸਮਾਂ ਬਤੀਤ ਹੋ ਜਾਵੇਗਾ ਤਾਂ ਉਸ ਵਕਤ ਲੋਕਾਂ ਦੀ ਕਿੰਨੀ ਕੁ ਸਾਰ ਲਈ ਜਾਂਦੀ ਹੈ, ਇਹ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ। ਸਾਡੇ ਸਾਹਮਣੇ ਪ੍ਰਤੱਖ ਮਿਸਾਲ ਹੈ। ਪਰ ਇਸ ਵਾਰ ਵੀ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਮੈਂ ਸਮਰਾਲੇ ਹਲਕੇ ਦੇ ਵਿੱਚ ਮੌਜੂਦ ਹਾਂ। ਇੱਕ ਨੌਜਵਾਨ ਜਿਹੜੇ ਸਮਰਾਲੇ ਹਲਕੇ ਤੋਂ ਉਮੀਦਵਾਰ ਨੇ, ਤਾਂ ਉਹ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿਤਰੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਮੈਨੀਫੈਸਟੋ ਕੀ ਹੈ, ਮੈਂ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚੋਂ ਪੜ੍ਹ ਕੇ ਜਿਹੜਾ ਦਰਸਾਉਣਾ ਚਾਹੁੰਦਾ ਹਾਂ। ਪਹਿਲੀ ਜਿਹੜਾ ਇਹਨਾਂ ਦਾ ਮੁੱਦਾ ਹੈ, ਉਹ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਉਠਾਵਾਂਗੇ। ਸਮਰਾਲਾ ਹਲਕਾ ਨੂੰ ਨਸ਼ੇ ਤੋਂ ਮੁਕਤ ਕਰਾਵਾਂਗੇ, ਲੋੜਵੰਦ ਧੀਆਂ ਦੇ ਵਿਆਹ ਕਰਾਂਗੇ, ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਖੇਤਾਂ ਤੱਕ ਪਹੁੰਚਾਵਾਂਗੇ। ਵਿਧਾਨ ਸਭਾ ਵਿੱਚ ਪੰਜਾਬੀਆਂ ਲਈ ਨੌਕਰੀਆਂ ਲਈ 90% ਰਾਖਵਾਂ ਕਰਨ ਦੀ ਆਵਾਜ਼ ਉਠਾਵਾਂਗੇ। ਤਮਾਮ ਇਸ ਤਰ੍ਹਾਂ ਦੇ ਨਾਲ ਜਿਹੜੇ ਸੁਹਿਰਦਗੀ ਭਰੇ ਮੁੱਦੇ ਨੇ। ਔਰ ਇਹ ਜਿਹੜਾ ਨੌਜਵਾਨ ਹੈ, ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵਰਿੰਦਰ ਸਿੰਘ ਸੇਖੋਂ ਹੈ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਖੜੇ ਹੋਏ ਨੇ, ਉਮੀਦਵਾਰ ਬਣੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਤਰ੍ਹਾਂ ਦੇ ਸੁਹਿਰਦਗੀ ਭਰੇ ਮੁੱਦੇ ਪਹਿਲੀ ਵਾਰ ਦੇਖਣ ਨੂੰ ਮਿਲੇ ਆ, ਕਿਉਂਕਿ ਦੂਜੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ, ਨੁਮਾਇੰਦਿਆਂ ਦੇ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਆ, ਕੇਵਲ ਆਟਾ ਦਾਲ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ ਪੰਜਾਬ ਦੇ ਲੋਕਾਂ ਨੂੰ। ਸਾਡੇ ਨਾਲ ਵਰਿੰਦਰ ਸਿੰਘ ਸੇਖੋਂ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਬਾਈ, ਸਭ ਤੋਂ ਪਹਿਲਾਂ ਸਵਾਗਤ ਹੈ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਟੀਮ ਦਾ ਬਹੁਤ ਬਹੁਤ ਧੰਨਵਾਦ, ਜੋ ਸੱਚ ਦੀ ਜਿਹੜੀ ਆਵਾਜ਼ ਆ ਪੂਰੀ ਦੁਨੀਆ ਦੇ ਵਿੱਚ ਬੁਲੰਦ ਕਰਦੇ ਜੀ। ਬਾਈ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਪਿੰਡਾਂ ਦੇ ਵਿੱਚ ਵਿਚਰ ਰਹੇ ਹੋ, ਲਗਾਤਾਰ ਪ੍ਰਚਾਰ ਕਰ ਰਹੇ ਹੋ, ਦਿਨ ਬਾ ਦਿਨ ਜਿਹੜੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਇਲਾਕੇ ਦੇ ਲੋਕਾਂ ਦਾ ਸਮਰਥਨ ਕਿਵੇਂ ਹੈ? ਦੇਖੋ, ਜਿਹੜਾ ਸਾਡਾ ਯੂਥ ਆ ਉਹ ਬਹੁਤ ਅਵੇਅਰ ਹੋ ਚੁੱਕਿਆ। ਬਹੁਤ ਵਧੀਆ ਸਾਨੂੰ ਸਮਰਥਨ ਮਿਲ ਰਿਹਾ। ਯੂਥ ਖਾਸ ਕਰਕੇ ਜਿਹੜਾ 18 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਲੋਕ ਨੇ, ਉਹ ਵੱਡੀ ਗਿਣਤੀ ਦੇ ਵਿੱਚ, ਜਿਵੇਂ ਮੰਨ ਲਓ ਹੁਣ ਮੇਰੇ ਨਾਲ 27-28 ਮੁੰਡੇ ਯੂਥ ਦੀ ਡੇਲੀ ਟੀਮ ਦੇ ਵਿੱਚ ਨਾਲ ਚੱਲਦੇ ਨੇ। ਡੋਰ ਟੂ ਡੋਰ ਕਰਨ ਵਾਲੇ ਅਲੱਗ ਨੇ, ਜਿਹੜੇ ਨਾਲ ਗੱਡੀਆਂ ਲੈ ਕੇ ਚੱਲਦੇ ਨੇ। ਸੋ ਬਹੁਤ ਵਧੀਆ ਜਿਹੜਾ ਇੱਕ ਵੱਡਾ ਸਾਨੂੰ ਸਮਰਥਨ ਆ ਯੂਥ ਵੱਲੋਂ ਮਿਲ ਰਿਹਾ ਪਿਲੇ ਹਲਕੇ 'ਚੋਂ ਜੀ। ਮੈਂ ਤੁਹਾਡੇ ਮੁੱਦਿਆਂ ਨੂੰ ਪੜ੍ਹ ਕੇ ਦਰਸ਼ਕਾਂ ਦੇ ਰੂਬਰੂ ਕੀਤਾ ਕਿ ਅਸਲ ਦੇ ਵਿੱਚ ਮੁੱਦੇ ਕੀ ਨੇ। ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਸਭ ਤੋਂ ਅਹਿਮ ਮੁੱਦਾ, ਪੰਜਾਬ ਦੇ ਵਿੱਚ ਚਿੱਟੇ ਦਾ ਹੈ। ਸਮਰਾਲੇ ਹਲਕੇ ਦੀ ਗੱਲ ਕੀਤੀ ਹੈ, ਚਿੱਟੇ ਦੇ ਮੁੱਦੇ ਨੂੰ ਲੈ ਕੇ ਗੱਲ ਹੋਈ ਹੈ ਕਿ ਸਮਰਾਲੇ ਦੇ ਵਿੱਚ ਸਭ ਤੋਂ ਪੰਜਾਬ ਤੋਂ ਵਧੇਰੇ ਜ਼ਿਆਦਾ ਚਿੱਟਾ ਵਿਕਦਾ ਹੈ। ਕਿ ਪੰਜਾਬ ਦੇ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਉਠਾਉਣੇ ਪਏ, ਜੇ ਸਭ ਤੋਂ ਵਧੇਰੇ ਇਸ ਇਲਾਕੇ ਵਿੱਚ ਨਹੀਂ ਜਾਂ ਹੋਰ ਇਲਾਕਿਆਂ ਵਿੱਚ ਜਿਹੜਾ ਚਿੱਟਾ ਲੋਕਾਂ ਨੂੰ ਵੰਡਿਆ ਜਾਂਦਾ ਹੈ, ਨਸ਼ਾ ਦਿੱਤਾ ਜਾਂਦਾ ਹੈ, ਤਾਂ ਫਿਰ ਉਹ ਲੋਕ ਹੈ ਜਿਹੜੇ
ਉਹ ਕਿਉਂ ਨਹੀਂ ਫਿਰ ਇਹਨਾਂ ਨਸ਼ੇ ਨੂੰ ਮੁਕਤ ਕਰਵਾਉਣ ਦੀ ਗੱਲ ਕਰਦੇ? ਦੇਖੋ ਜੀ, ਜਿਹੜੀ ਆਰਐਸਐਸ ਤੇ ਬੀਜੇਪੀ ਦੀ ਪਾਲਿਸੀ ਆ ਉਹ ਬੜੀ ਮਤਲਬ ਸ਼ਾਤਰ ਕੌਮ ਆ, ਉਹ ਬੜੀ ਸ਼ਾਤਰ ਲੋਕ ਨੇ। ਸਾਡੀ ਨਸਲਕੁਸ਼ੀ ਹੋਈ ਆ 1984 ਤੋਂ ਲੈ ਕੇ 1995 ਤੱਕ, ਜਿਹੜੀ ਅਸੀਂ ਦੇਖੀ ਆ। ਸਾਡੇ ਮੁੰਡਿਆਂ ਦੀ ਇਹ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਗਲੀਆਂ ਨਹਿਰਾਂ ਦੇ ਵਿੱਚ ਲਾਸ਼ਾਂ ਰੋੜੀਆਂ ਗਈਆਂ। ਜਿਹੜੀ ਸਾਡੀ ਹੁਣ ਨਸਲਕੁਸ਼ੀ ਹੋ ਰਹੀ ਆ, ਇਹ ਸਾਇਲੈਂਟ ਨਸਲਕੁਸ਼ੀ ਆ। ਅਸੀਂ ਮਹਿਸੂਸ ਕਰ ਸਕਦੇ ਹਾਂ, ਇੱਕ ਟਾਈਮ ਗੋਲੀਆਂ ਨਾਲ ਮਾਰਤਾ ਸਾਡੀ ਕੌਮ ਨੂੰ, ਤੇ ਹੁਣ ਸਾਡੀ ਨੌਜਵਾਨੀ ਆ ਜਿਹੜੀ ਉਹਨੂੰ ਚਿੱਟੇ ਦੇ ਨਾਲ ਮਾਰਿਆ ਜਾ ਰਿਹਾ। ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਆ। ਸਾਡੀ ਨੌਜਵਾਨ ਜਿਹੜਾ ਵਰਗ ਆ ਉਹਦਾ ਉਜਾੜਾ ਹੋ ਰਿਹਾ, ਉਹ ਵਿਦੇਸ਼ਾਂ ਨੂੰ ਜਾ ਰਿਹਾ। ਇਹ ਸਾਰਾ ਕੁਝ ਆਰਐਸਐਸ ਬੀਜੇਪੀ ਵੱਲੋਂ ਸਾਨੂੰ ਇਸ ਧਰਤੀ 'ਚ, ਇਸ ਖਿੱਤੇ 'ਚ ਘੱਟ ਗਿਣਤੀ ਕਰਨ ਲਈ ਕੀਤਾ ਜਾ ਰਿਹਾ। ਨਸ਼ਾ ਜਿਹੜਾ ਇਹ ਇਕੱਲੇ ਸਮਰਾਲੇ 'ਚ ਨਹੀਂ, ਇਹ ਪੂਰੇ ਸਾਡੇ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਹੈ, ਇੱਕ ਅੱਗ ਦੇ ਵਿੱਚ ਝੁਲਸ ਰਿਹਾ। ਅੱਜ ਚਿੱਟਾ ਜਿਹੜਾ ਉਹ ਹਰ ਪਿੰਡ ਦੇ ਵਿੱਚ 2-2 4-4 ਡੀਲਰ ਸਰਕਾਰਾਂ ਵੱਲੋਂ ਪਾਲੇ ਗਏ ਨੇ। ਇਹ ਸਾਡੇ ਅਖੌਤੀ ਬਾਦਲ ਸਾਹਿਬ, ਪੰਥਕ ਕਹਾਉਣ ਵਾਲੇ, ਕਾਂਗਰਸੀਏ, ਆ ਦਿੱਲੀ ਤੋਂ ਚੱਲੇ ਹੋਏ ਝਾੜੂ ਵਾਲੇ, ਇਹਨਾਂ ਕੋਲ ਮੁੱਦੇ ਹੀ ਨਹੀਂ ਹੈਗੇ। ਇਹ ਤਾਂ ਸਮਾਂ ਤੇ ਆਰਐਸਐਸ ਦੇ ਮੋਹਨ ਭਗਵਤ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ। ਇਹ ਸਾਡੇ ਪੰਜਾਬ ਨੂੰ ਕਿੱਥੋਂ ਬਚਾ ਲੈਣਗੇ? ਸੋ ਬਾਈ ਜੀ, ਇਕੱਲੇ ਸਮਰਾਲੇ 'ਚ ਨਹੀਂ, ਜਿਹੜੀ ਨਸ਼ੇ ਦੀ ਅੱਗ ਆ, ਸਾਡੇ ਉਜਾੜੇ ਦੀ ਅੱਗ ਆ, ਪੂਰੇ ਪੰਜਾਬ 'ਚ ਲੱਗੀ ਹੋਈ ਆ। ਜਦੋਂ ਕਿਸੇ ਖਾਸ ਸ਼ਖਸੀਅਤ ਦੀ ਗੱਲਬਾਤ ਕੀਤੀ ਜਾਂਦੀ ਹੈ ਜੋ ਲੋਕਾਂ ਦੇ ਵਿੱਚ ਵਿਚਰਦਾ, ਲੋਕਾਂ ਦਾ ਨੁਮਾਇੰਦਾ ਬਣਦਾ ਹੈ, ਤਾਂ ਆਮ ਕਰਕੇ ਕਿਹਾ ਜਾਂਦਾ ਉਹਦਾ ਪਿਛੋਕੜ ਬਹੁਤ ਮਹਾਨ ਹੁੰਦਾ ਹੈ। ਇਸ ਕਰਕੇ ਮਹਾਨ ਹੁੰਦਾ ਹੈ ਕਿਉਂਕਿ ਉਹਦਾ ਕਿਤੇ ਨਾ ਕਿਤੇ ਜਿਹੜਾ ਪਿਓ ਦਾਦਾ ਉਹ ਵੀ ਸਰਕਾਰ ਦਾ ਕੈਬਨਿਟ ਮੰਤਰੀ ਹੁੰਦਾ, ਕੋਈ ਕੈਬਨਿਟ ਮੰਤਰੀ ਦਾ ਪੁੱਤਰ ਹੈ, ਕੋਈ ਐਮਐਲਏ ਦਾ ਪੁੱਤਰ ਹੈ, ਤਾਂ ਐਮਐਲਏ ਦਾ ਪੁੱਤਰ ਵੀ ਅੱਗੇ ਐਮਪੀ ਬਣਦਾ, ਐਮਐਲਏ ਬਣਦਾ ਹੈ। ਤਾਂ ਤੁਹਾਡਾ ਖਾਸ ਜਿਹੜਾ ਪਿਛੋਕੜ ਦੀ ਗੱਲ ਕੀਤੀ ਜਾਵੇ, ਤੁਹਾਡਾ ਪਿਛੋਕੜ ਵੀ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਨਾਲ ਜੁੜਿਆ ਹੋਇਆ ਹੈ? ਨਹੀਂ ਬਾਈ ਜੀ, ਮੈਂ ਤਾਂ ਇੱਕ ਆਮ ਪਰਿਵਾਰ 'ਚ ਉੱਠਿਆ। ਇਲੈਕਸ਼ਨ ਲੜਨ ਦਾ ਕੋਈ ਚਾਅ ਨਹੀਂ ਸੀ। ਜਦੋਂ ਦਿੱਲੀ ਨੂੰ ਗਏ ਆ ਨਾ, ਪੰਜਾਬ ਦੇ ਵਿੱਚੋਂ ਪਹਿਲੀ ਗ੍ਰਿਫਤਾਰੀ ਮੇਰੀ ਹੋਈ ਆ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ। ਉਸ ਤੋਂ ਬਾਅਦ ਪਾਣੀ ਦੀਆਂ ਵਿਛਾੜਾਂ ਛਾਤੀ ਤੇ ਪਈਆਂ, ਲਾਠੀ ਚਾਰਜ ਹੋਏ, ਅਥਰੂ ਗੈਸ ਹੋਏ, ਸਵਾ ਸਾਲ ਅਸੀਂ ਬੇਘਰ ਹੋਏ ਰਹੇ। ਮੈਂ ਸੋਚਿਆ 117 ਐਮਐਲਏ ਸਾਡੇ ਲੀਡਰ ਕਿੱਥੇ ਨੇ? ਇੱਕ ਦਿਨ ਵੀ ਜਾ ਕੇ ਇਹਨਾਂ ਨੇ ਮੋਦੀ ਦਾ ਘਰਾਓ ਨਹੀਂ ਕੀਤਾ, ਇੱਕ ਦਿਨ ਵੀ ਜਾ ਕੇ ਇਹਨਾਂ ਨੇ ਪਾਰਲੀਮੈਂਟ ਨਹੀਂ ਘੇਰੀ। ਇਹ ਤਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੀਆਂ ਤਿਆਰੀਆਂ ਕਰ ਰਹੇ ਸੀ। ਸੋ ਬਾਈ, ਇਹ ਦੇਖਦੇ ਹੋਏ ਆਮ ਘਰਾਂ 'ਚ ਉੱਠ ਕੇ ਇਹਨਾਂ ਚੋਰਾਂ ਦਾ, ਠੱਗਾਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਕੀਤੀ ਆ। ਜੇ ਅਸੀਂ ਬਾਈ ਆਪ ਲੜਨਾ ਆਪਣੇ ਹੱਕਾਂ ਲਈ, ਜੇ ਅਸੀਂ ਸਾਡੇ ਪੰਜਾਬ ਦੇ ਪਾਣੀਆਂ ਲਈ, ਭਾਸ਼ਾ ਲਈ, ਸਾਡੇ ਪੁੱਤਾਂ ਲਈ, ਜੋ ਵੀ ਸਾਡੇ ਮੁੱਦੇ ਨੇ ਉਹਨਾਂ ਲਈ ਅਸੀਂ ਆਪ ਲੜਨਾ, ਫਿਰ ਅਸੀਂ ਐਮਐਲਏ ਕਿਉਂ ਨਹੀਂ ਬਣ ਸਕਦੇ? ਸਾਡੇ 'ਚ ਕੀ ਕਮੀ ਆ? ਪੜ੍ਹੇ ਲਿਖੇ ਆ। ਇਹ ਚੋਰਾਂ ਨੂੰ ਜ਼ਰੂਰ ਵਿਧਾਨ ਸਭਾ ਦੇ ਵਿੱਚ ਭੇਜਣਾ। ਬਾਈ ਪਿਛੋਕੜ ਕੋਈ ਐਮਐਲਏ ਦਾ ਪੁੱਤ ਨਹੀਂ, ਮੈਂ ਕੋਈ ਐਮਪੀ ਦਾ ਪੁੱਤ ਨਹੀਂ। ਆਮ ਪਰਿਵਾਰ 'ਚੋਂ, ਕਿਸਾਨ ਪਰਿਵਾਰ 'ਚੋਂ ਉੱਠ ਕੇ ਇਹਨਾਂ ਨੂੰ ਟੱਕਰ ਦੇਣ ਜਾ ਰਹੇ ਹਾਂ ਜੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਰਾਜਨੀਤਿਕ ਲੀਡਰ ਬਣ ਚੁੱਕੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਆਏ ਹੋ। ਵਿਰੋਧ ਕਿਹੜੀ ਗੱਲ ਦਾ ਆ? ਕਿਉਂਕਿ ਮੁੱਦੇ ਕੇਵਲ ਇੱਕ ਤਰ੍ਹਾਂ ਲੱਗਦੇ ਨੇ, ਪਰ ਵਿਰੋਧ ਕਿਹੜੀ ਗੱਲ ਨੂੰ ਲੈ ਕੇ ਆ? ਉਹਨਾਂ ਦੇ ਵਿਰੋਧ ਦੇ ਵਿੱਚ ਆਉਣ ਦਾ ਕਾਰਨ ਕੀ ਰਿਹਾ ਤੁਹਾਡਾ? ਦੇਖੋ ਜੀ, ਰਾਜੇਵਾਲ ਸਾਹਿਬ ਦੇ ਖਿਲਾਫ ਮੈਂ ਨਹੀਂ ਇਲੈਕਸ਼ਨ ਲੜ ਰਿਹਾ। ਰਾਜੇਵਾਲ ਸਾਹਿਬ ਮੇਰੇ ਖਿਲਾਫ ਆਏ ਨੇ, ਕਿਉਂਕਿ ਚੜੂਨੀ ਸਾਹਿਬ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਉਹਨਾਂ ਨੇ ਕਿਉਂ ਰਾਜੇਵਾਲ ਸਾਹਿਬ ਨੂੰ ਮੇਰੇ ਖਿਲਾਫ ਉਤਾਰਿਆ ਮੈਦਾਨ 'ਚ। ਕਿਉਂਕਿ ਮੈਂ ਪਹਿਲਾਂ ਹੀ ਐਲਾਨ ਕਰ ਚੁੱਕਿਆ ਸੀਗਾ ਕਿ ਮੈਂ ਸਮਰਾਲਾ ਹਲਕੇ ਤੋਂ ਇਲੈਕਸ਼ਨ ਲੜਨੀ ਆ ਨਾ ਠੱਗਾਂ ਦੇ ਖਿਲਾਫ। ਤੋ ਰਾਜੇਵਾਲ ਸਾਹਿਬ ਜਿਵੇਂ ਸਾਨੂੰ ਸਟੇਜਾਂ ਤੋਂ ਫੜ ਕੇ ਲਾਉਣਾ ਦਿੱਲੀ, ਸਾਡਾ ਕਦੇ ਮੈਕ ਦੀ ਤਾਰ ਖਿੱਚ ਦੇਣੀ, ਕਦੇ ਨੌਜਵਾਨਾਂ ਨੂੰ ਸ਼ਰਾਰਤੀ ਆਨਸਰ ਕਹਿਣਾ, ਕਦੇ ਇੱਥੋਂ ਚਲੇ ਜਾਓ, ਤੁਹਾਡੀ ਸਾਨੂੰ ਕੋਈ ਲੋੜ ਨਹੀਂ। ਉਹੀ ਪਾਲਿਸੀ ਵੀ ਨੌਜਵਾਨਾਂ ਨੂੰ ਉਹ ਪਸੰਦ ਨਹੀਂ ਕਰਦੇ ਹੈਗੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ, ਉਹ ਵੀ ਕਿਸਾਨ ਆਗੂ ਆ, ਜਿਹੜਾ ਇਲੈਕਸ਼ਨ ਲੜ ਰਿਹਾ, ਤੇ ਮੈਨੂੰ ਨਹੀਂ ਪਤਾ ਕਿਉਂ ਆਏ ਨੇ, ਕਿਉਂਕਿ ਦੂਜੀਆਂ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ, ਫਿਰ ਤਾਂ ਮੈਂ ਤਾਂ ਇਹੀ ਕਹੂੰਗਾ ਨਾ, ਉਹ ਆਪ ਪੁੱਤ ਨੇ। ਜੇ ਉਹ ਸਿਆਣੇ ਹੁੰਦੇ ਤਾਂ ਸਾਨੂੰ ਥਾਪੜਾ ਦੇ ਸਕਦੇ ਸੀਗੇ ਵੀ ਹਾਂਜੀ ਤੁਸੀਂ ਇਲੈਕਸ਼ਨ ਲੜੋ। ਪਰ ਇਹ ਲੋਕਤੰਤਰ ਆ, ਸਭ ਨੂੰ ਅਧਿਕਾਰ ਆ, ਇਲੈਕਸ਼ਨ ਲੜ ਸਕਦੇ ਨੇ। ਰਾਜੇਵਾਲ ਸਾਹਿਬ ਨੂੰ ਪੁੱਛਿਓ ਕਿ ਤੁਸੀਂ ਇੱਕ ਨੌਜਵਾਨ ਕਿਸਾਨ ਆਗੂ ਦੇ ਖਿਲਾਫ ਕਿਉਂ ਇਲੈਕਸ਼ਨ ਲੜਨ ਜਾ ਰਹੇ ਹੋ? ਕਈ ਵਾਰੀ ਬੰਦਾ ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਉਹ ਸੁਭਾਵਿਕ ਤੌਰ ਤੇ ਜਿਹੜੇ ਸ਼ਬਦਾਂ ਦੇ ਵਿੱਚ ਹੇਰ ਫੇਰ ਹੋ ਜਾਂਦਾ ਹੈ। ਰਾਜੇਵਾਲ ਸਾਹਿਬ ਨੇ ਜਿਹੜੀਆਂ ਸਟੇਜ ਦੇ ਉੱਪਰੋਂ, ਸੰਯੁਕਤ ਮੋਰਚੇ ਦੀ ਸਟੇਜ ਦੇ ਉੱਪਰੋਂ ਗੱਲਾਂ ਕਹੀਆਂ, ਹੋ ਸਕਦਾ ਕਿ ਉਹਨਾਂ ਗੱਲਾਂ ਦੇ ਵਿੱਚ ਹੇਰ ਫੇਰ ਲੱਗਦਾ ਹੈ, ਤਾਂ ਜਾਂ ਫਿਰ ਜਾਣ ਬੁੱਝ ਕੇ ਨੌਜਵਾਨਾਂ ਨੂੰ ਜਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਰਾਜੇਵਾਲ ਸਾਹਿਬ ਵੱਲੋਂ ਟਾਰਗੇਟ ਕੀਤਾ ਜਾਂਦਾ ਸੀ? ਦੇਖੋ ਜੀ, ਉਹ ਲੋਕ ਨੇ ਜਿਹੜੇ ਸਮਾਂ ਦੇਖ ਕੇ ਆਪਣੇ ਆਪ ਦੀ ਮਤਲਬ ਮੂਹਰੇ ਬੰਦੇ ਦੇਖ ਕੇ ਆਪਣਾ ਭਾਸ਼ਣ ਚੇਂਜ ਕਰ ਲੈਂਦੇ ਨੇ। ਜਾਂ ਤਾਂ ਤੁਸੀਂ ਇੱਕ ਧਿਰ ਦੇ ਵਿੱਚ ਆ ਜਾਓ, ਤੁਸੀਂ ਪੰਥਕੋਂ ਕੋ ਕੀ ਹੋ, ਕਿ ਕਾਮਰੇਡ ਹੋ, ਜੋ ਵੀ ਹੋ, ਤੁਸੀਂ ਖੁੱਲ੍ਹ ਕੇ ਕਲੀਅਰ ਆਓ। ਸੋ ਹੇਰਫੇਰ ਨਹੀਂ ਹੋਈ ਹੈਗੀ ਸ਼ਬਦਾਂ ਦੇ ਵਿੱਚ। ਕੋਈ ਜਾਣ ਬੁੱਝ ਕੇ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਨੇ। ਜਿਹੜੀ 26 ਨੂੰ ਘਟਨਾ ਹੋਈ ਆ, ਕੀ ਗਲਤ ਹੋਇਆ ਸੀ ਮੈਨੂੰ ਦੱਸੋ ਉਸ ਟਾਈਮ? 1% ਵੀ ਕਿਸੇ ਨੇ ਉੱਥੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ, ਕੋਈ ਤਿਰੰਗਾ ਲਾ ਕੇ ਨਹੀਂ ਸੁੱਟਿਆ ਗਿਆ। ਤੇ ਇਹਨਾਂ ਸਾਡੇ ਲੀਡਰਾਂ ਨੇ ਸ਼ਾਮ ਤੱਕ ਕੋਈ ਵੀ ਇੰਟਰਵਿਊ ਜਾਂ ਕੋਈ ਵੀ ਬਿਆਨ ਸਾਡਾ ਸੈਂਟਰ ਗੌਰਮੈਂਟ ਦਾ, ਗ੍ਰਹਿ ਮੰਤਰਾਲੇ ਦਾ ਕੋਈ ਨਹੀਂ ਆਇਆ।
ਇਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹ ਤਾਂ ਸ਼ਰਾਰਤੀ ਅਨਸਰ ਨੇ, ਤਾਂ ਸਾਡੇ ਮੁੰਡੇ ਹੀ ਨਹੀਂ ਗਏ, ਇਹ ਤਾਂ ਪਤਾ ਨਹੀਂ ਕੌਣ ਨੇ। ਉਸ ਤੋਂ ਬਾਅਦ ਦਿੱਲੀ ਜਿਹੜੀ ਸਰਕਾਰ ਐਕਸ਼ਨ ਦੇ ਵਿੱਚ ਆਈ, ਸਾਡੇ ਨੌਜਵਾਨਾਂ ਤੇ ਉਹਨਾਂ ਨੇ ਪਰਚੇ ਦਰਜ ਕਰ ਦਿੱਤੇ। ਜੇ 26 ਨੂੰ ਇਹ ਸਾਰਾ ਕੁਝ ਸਾਂਭ ਲੈਂਦੇ ਨਾ, ਜੇ ਲਾਲ ਕਿਲੇ ਚਲੇ ਗਏ ਸੀਗੇ ਕਹਿ ਕੇ ਤਾਂ ਅਸੀਂ ਦਿੱਲੀ ਹੋ ਗਏ ਸੀ ਨਾ, ਦਿੱਲੀ ਜਾ ਰਹੇ ਹਾਂ, ਲਾਲ ਕਿਲੇ ਸਟੇਜ ਲਾ ਲੈਂਦੇ ਇਹ ਆ ਕੇ। ਸੋ ਇਹ ਹੇਰ ਬਦਲ ਨਹੀਂ ਹੁੰਦੀ, ਇਹ ਜਾਣ ਬੁੱਝ ਕੇ ਜਿਹੜਾ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ। ਅੱਜ ਰਾਜੇਵਾਲ ਸਾਹਿਬ ਸੀਐਮ ਦਾ ਸੁਪਨਾ ਲੈਂਦੇ ਆ, ਸਮਰਾਲੇ ਹਲਕੇ ਤੋਂ ਖੜੇ ਆ, ਦਾਅਵਾ ਕਰਦੇ ਆ ਕਿ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਉਹਨਾਂ ਨੂੰ ਜਿੱਤ ਹਾਸਲ ਕਰਵਾਉਣਗੇ। ਲੱਗਦਾ ਹੈ ਕਿ ਰਾਜੇਵਾਲ ਸਾਹਿਬ ਦੀ ਜੇ ਲੋਕਾਂ ਦੀ ਦੇਖਿਆ ਜਾਵੇ, ਲੋਕਾਂ ਦੇ ਸਮਰਥਨ ਨੂੰ, ਜਿਸ ਤਰ੍ਹਾਂ ਸੰਯੁਕਤ ਮੋਰਚੇ ਦੀ ਸਟੇਜ ਦੇ ਉੱਪਰ ਰਾਜੇਵਾਲ ਸਾਹਿਬ ਨੂੰ ਖਾਸ ਕਰਕੇ ਸਮਰਥਨ ਕੀਤਾ ਜਾਂਦਾ ਸੀ, ਇੱਕ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਕਿ ਉਹਨਾਂ ਨੂੰ ਆਪਣਾ ਲੀਡਰ ਸਵੀਕਾਰ ਕੀਤਾ ਗਿਆ ਸੀ, ਅੱਜ ਉਸ ਤਰੀਕੇ ਦੇ ਨਾਲ ਲੋਕ ਕਿਤੇ ਨਾ ਕਿਤੇ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਦਾ। ਦੇਖੋ ਜੀ, ਯੂਥ ਤਾਂ ਬਿਲਕੁਲ ਵਿਰੋਧ 'ਚ ਆ, ਜਿਹੜੇ ਉਹਨਾਂ ਦਾ ਥੋੜ੍ਹਾ ਬਹੁਤਾ ਕੇਡਰ ਹੋਊਗਾ ਉਹਨਾਂ ਦੇ ਨਾਲ ਆ। ਬਾਕੀ ਮੈਨੂੰ ਤਾਂ ਲੱਗਦਾ ਨਹੀਂ ਕਿ ਸਾਡੇ ਹਲਕੇ ਦੇ ਵਿੱਚ ਕੋਈ ਰਾਜੇਵਾਲ ਸਾਹਿਬ ਨੂੰ ਸਮਰਥਨ ਕਰ ਰਿਹਾ। ਪਰ ਇੱਕ ਗੱਲ ਜ਼ਰੂਰ ਪੁੱਛ ਰਿਹਾ ਸਾਡਾ ਯੂਥ ਕਿ ਸਟੇਜ ਤੋਂ ਕਿਹਾ ਗਿਆ ਸੀਗਾ ਵੀ ਦੀਪ ਸਿੱਧੂ ਰਾਜਨੀਤੀ ਕਰਨ ਆ ਰਿਹਾ ਤੇ ਨੌਜਵਾਨ ਰਾਜਨੀਤੀ ਕਰਨ ਆ ਰਹੇ ਨੇ, ਪਰ ਹੋ ਗਿਆ ਉਲਟਾ ਕੰਮ। ਅੱਜ ਦੀਪ ਸਿੱਧੂ ਤਾਂ ਇਲੈਕਸ਼ਨ ਲੜ ਨਹੀਂ ਰਿਹਾ, ਰਾਜੇਵਾਲ ਸਾਹਿਬ ਇਲੈਕਸ਼ਨ ਲੜਨ ਲੱਗ ਗਏ। ਸੋ ਇਹ ਗੱਲ ਦਾ ਉਹਨਾਂ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਕਿ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਕਹਿ ਰਹੇ ਸੀ ਰਾਜਨੀਤੀ ਦੇ ਵਿੱਚ ਆ ਰਹੇ ਨੇ, ਉਹ ਤਾਂ ਘਰੇ ਬੈਠੇ ਨੇ। ਅੱਜ ਤੁਸੀਂ ਰਾਜਨੀਤੀ ਦੇ ਵਿੱਚ ਕਿਉਂ ਆਏ ਨੇ? ਇਹ ਜਿਹੜਾ ਸਵਾਲ ਆ ਸਾਡਾ ਸਾਰਾ ਜਿਹੜਾ ਯੂਥ ਆ ਸਮਰਾਲੇ ਹਲਕੇ ਦਾ, ਉਹਨਾਂ ਨੂੰ ਵਾਰ-ਵਾਰ ਕਰਦਾ, ਪਰ ਉਹ ਭੱਜਦੇ ਨੇ ਜਵਾਬ ਦੇਣ ਤੋਂ, ਇਹ ਚੀਜ਼ ਤੋਂ। ਦਿੱਲੀ ਤੋਂ ਇੱਕ ਪਾਰਟੀ ਚੱਲੀ, ਆਮ ਆਦਮੀ ਪਾਰਟੀ ਕਿਹਾ ਜਾਂਦਾ, ਪਰ ਉਹਦੇ ਵਿੱਚ ਜਦੋਂ ਲੋਕ ਸ਼ਾਮਲ ਕੀਤੇ ਜਾਂਦੇ ਉਹ ਆਮ ਨਹੀਂ, ਉਹ ਛੋਟੇ ਘਰਾਂ ਦੇ, ਸਧਾਰਨ ਘਰਾਂ ਦੇ ਨਹੀਂ, ਉਹ ਬਹੁਤ ਖਾਸ ਘਰਾਂ ਦੇ, ਜਿਹੜੇ ਕਾਂਗਰਸ, ਅਕਾਲੀ ਦਲ ਜਾਂ ਬੀਜੇਪੀ ਦੇ ਬਹੁਤ ਵੱਡੇ ਨੁਮਾਇੰਦੇ ਰਹੇ ਨੇ, ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਪਰ ਕੁਝ ਲੋਕਾਂ ਵੱਲੋਂ ਸ਼ਿਕਵਾ ਹੈ ਕਿ ਆਮ ਆਦਮੀ ਪਾਰਟੀ ਦੇ ਪੈਰ ਪਸਾਰਨ ਤੋਂ ਰੋਕ ਕਰਨ ਵਾਸਤੇ ਜਿਹੜਾ ਹੈ ਲੋਕਾਂ ਦੇ ਵੱਲੋਂ ਇੱਕ ਜਾਣਬੁੱਝ ਕੇ ਮੁੱਦੇ ਨੂੰ ਉਛਾਲਿਆ ਜਾ ਰਿਹਾ। ਬੰਦੀ ਸਿੰਘਾਂ ਦਾ ਮਸਲਾ ਚੱਲਦਾ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਚੱਲਦਾ ਹੈ, ਕਿਵੇਂ ਦੇਖਦੇ ਹੋ ਉਸ ਮਸਲੇ ਨੂੰ? ਦੇਖੋ, ਜਿਹੜੀ ਕੇਜਰੀਵਾਲ ਆ ਜੀ, ਉਹਨਾਂ ਨੇ ਤਾਂ ਆਪਣੇ ਬਿਆਨਾਂ 'ਚ ਕਲੀਅਰ ਕੀਤਾ ਹੋਇਆ ਕਿ ਮੈਂ ਤਾਂ RSS ਦਾ ਪੱਕਾ ਮੈਂਬਰ ਹਾਂ, ਮੈਂ ਤਾਂ ਪਦੈਸ਼ੀ RSS ਵਾਲੇ ਅਸੀਂ ਤਾਂ। ਸੋ RSS ਦਾ ਜਿਹੜਾ ਆਪ ਤਾਂ ਉਹ ਪੰਜਾਬ ਦੇ ਵਿੱਚ ਆਪਣਾ ਏਜੰਡਾ ਲਾਗੂ ਨਹੀਂ ਕਰ ਸਕਦੇ, ਤੇ B ਟੀਮ ਕੇਜਰੀਵਾਲ ਸਾਹਿਬ ਨੂੰ ਸੱਦਿਆ। ਉਹ ਸਾਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ 100 ਜਾਂ 200 ਯੂਨਿਟ ਫ੍ਰੀ ਦੇਵਾਂਗੇ। ਤੁਸੀਂ ਆ ਸਤਲੁਜ ਦਰਿਆ 'ਤੇ ਖੜੇ ਹੋ, ਦੁਨੀਆ ਦਾ ਸਭ ਤੋਂ ਖਤਰਨਾਕ ਡੈਮ ਇੱਥੇ ਲੱਗਿਆ ਹੋਇਆ। ਸਾਡੇ ਡੈਮ ਤਾਂ ਦਿੱਲੀ ਦੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਬਿਜਲੀ ਬਣਦੀ ਆ। ਦੇਣੇ ਨੇ ਤਾਂ ਸਾਡੇ ਡੈਮ ਵਾਪਸ ਕਰੋ ਨਾ, ਦੇਣਾ ਸਾਡਾ ਪਾਣੀ ਵਾਪਸ ਕਰੋ। ਹਿਮਾਚਲ ਪ੍ਰਦੇਸ਼ ਨੂੰ ਉਹ 3200 ਕਰੋੜ ਰੁਪਈਆ ਸਾਲਾਨਾ ਦਿੰਦੇ ਨੇ ਪਾਣੀ ਦਾ, ਤੇ ਪੰਜਾਬ ਨੂੰ ਕੋਈ ਵੀ ਪੈਸਾ ਨਹੀਂ ਮਿਲ ਰਿਹਾ, ਦਿੱਲੀ ਨੂੰ ਜਿਹੜਾ ਪਾਣੀ ਜਾ ਰਿਹਾ। ਤੇ ਦੇਣਾ ਤਾਂ ਪਹਿਲਾਂ ਸਾਨੂੰ ਇਹ ਸ਼ੁਰੂਆਤ ਕਰੋ ਨਾ। ਦੂਜੀ ਗੱਲ, ਪ੍ਰੋਫੈਸਰ ਸਾਹਿਬ ਦੀ ਜਿਹੜੀ ਫਾਈਲ ਆ ਬਿਲਕੁਲ ਕਲੀਅਰ ਹੋ ਕੇ, ਸਾਰਾ ਕੁਝ ਕਲੀਅਰ ਹੋ ਕੇ ਉਹਦੇ ਟੇਬਲ 'ਤੇ ਪਈ ਆ। ਭਗਵੰਤ ਮਾਨ ਸਾਹਿਬ ਹੋਰ ਬਿਆਨ ਦੇ ਰਹੇ ਨੇ, ਬੀਬੀ ਬਲਜਿੰਦਰ ਕੌਰ ਹੋਰ ਬਿਆਨ ਦੇ ਰਹੇ ਨੇ, ਕੇਜਰੀਵਾਲ ਸਾਹਿਬ ਹੋਰ ਦੇ ਰਹੇ ਨੇ। ਸੋ ਮੈਂ ਪੰਜਾਬ ਦੇ ਯੂਥ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਆਪਣੇ ਆਪ ਨੂੰ ਬਾਬਾ ਬਘੇਲ ਸਿੰਘ, ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਮਝਦੇ ਹੋ ਨਾ, ਤਾਂ ਬਾਬਾ ਬੰਦਾ ਸਿੰਘ ਦੇ ਵਾਰਸ ਆਪਣੀ ਦਾੜੀ ਕੇਜਰੀਵਾਲ ਦੇ ਹੱਥ 'ਚ ਨਾ ਫੜਾਉਣ। ਜਿਹੜੀ ਇਹ ਚੱਲੀ ਹੋਈ ਹੈ ਨਾ ਟੋਪੀ ਵਾਲੀ ਟੀਮ, ਇਹਨਾਂ ਦਾ ਇੱਕ ਬਹੁਤ ਵੱਡਾ ਭਾਰੀ ਗੰਦਾ ਏਜੰਡਾ ਲੈ ਕੇ ਚੱਲੇ ਹੋਏ ਨੇ। ਇਹਨਾਂ ਨੇ ਪੰਜਾਬ ਦੀ ਧਰਤੀ ਦੇ ਵਿੱਚ ਦੂਜਿਆਂ ਸੂਬਿਆਂ ਤੋਂ ਲਿਆ ਕੇ ਲੋਕ ਵਸਾਉਣੇ ਨੇ ਇੱਥੇ। ਜਿਹੜਾ ਹਿੰਦੂ ਰਾਸ਼ਟਰ ਨੂੰ ਘੋਸ਼ਿਤ ਕਰਨ ਵਾਲਾ ਸਟੈਪ ਆ ਬਾਈ ਜੀ, ਇਹ ਪਾਲਿਸੀ ਨੂੰ ਸਮਝਣਾ ਪੈਣਾ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਪੂਰੇ ਦੇਸ਼ ਦੇ ਵਿੱਚ, ਕੋਈ ਸਟੇਟ ਨਹੀਂ ਉਹਨਾਂ ਦੇ ਖਿਲਾਫ ਬੋਲੀ। ਆਵਾਜ਼ ਕਿੱਥੋਂ ਉੱਠੀ? ਪੰਜਾਬ ਦੇ ਵਿੱਚ ਉੱਠੀ। ਮੋਦੀ ਨੇ ਕਾਲੇ 3 ਕਾਨੂੰਨ ਥੋਪਤੇ, ਸਾਡੇ ਕੱਲਿਆਂ ਦੇ ਤਾਂ ਹੀ ਥੋਪੇ, ਪੂਰੇ ਦੇਸ਼ ਦੇ ਕਿਸਾਨਾਂ 'ਤੇ ਥੋਪੇ। ਆਵਾਜ਼ ਕਿੱਥੋਂ ਉੱਠੀ? ਪੰਜਾਬ ਦੇ ਵਿੱਚ ਉੱਠੀ। ਬਾਈ ਜੀ, ਜੇ ਕੱਲ੍ਹ ਨੂੰ RSS ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਦੀ ਆ, ਤਾਂ ਸਭ ਤੋਂ ਪਹਿਲਾਂ ਕਿੱਥੋਂ ਆਵਾਜ਼ ਉੱਠਣੀ ਆ? ਪੰਜਾਬ 'ਚ ਉੱਠਣੀ ਆ। ਸੋ ਕਿਉਂ ਨਾ ਇਹਨਾਂ ਨੇ ਕਿਹਾ ਕੇਜਰੀਵਾਲ ਸਾਹਿਬ ਜਾਓ, ਇਹਨਾਂ ਨੂੰ ਘੱਟ ਗਿਣਤੀ ਕਰ ਦਿਓ। ਕੱਲ੍ਹ ਨੂੰ ਜੇ ਪੰਜਾਬ 'ਚ ਰੈਸ਼ਮਾਰੀ ਵੀ ਕਰਾਉਣੀ ਪੈ ਗਈ ਕਿ ਤੁਸੀਂ ਹਿੰਦੂ ਰਾਸ਼ਟਰ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ, ਜਦੋਂ ਬਾਈ ਜੀ ਤੁਸੀਂ 40% ਰਹਿ ਜਾਣਾ, ਦੂਜੀਆਂ ਸਟੇਟਾਂ ਵਾਲਿਆਂ ਨੇ 60% 'ਤੇ ਹੋ ਜਾਣਾ, ਤਾਂ ਬਾਈ ਜੀ ਉਹਨਾਂ ਨੇ ਹਾਂ ਦੇ ਵਿੱਚ ਜਵਾਬ ਜਾਣਾ। ਇਹ ਪਾਲਿਸੀ ਆ, RSS ਦੀ ਪਾਲਿਸੀ ਆ 100 ਸਾਲ ਦੀ, 100 ਸਾਲ ਸੋਚ ਕੇ ਚੱਲਦੇ ਨੇ। ਇਸ ਕਰਕੇ ਪੰਜਾਬ ਪੂਰਾ ਨਿਸ਼ਾਨੇ 'ਤੇ ਆ। ਕਹਿੰਦੇ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ, ਤਾਂ ਉਹਦਾ ਯੂਥ, ਉਹਦੀ ਭਾਸ਼ਾ, ਉਹਦੀ ਐਜੂਕੇਸ਼ਨ, ਉਹਦਾ ਧਰਮ, ਉਹਦਾ ਸੱਭਿਆਚਾਰ ਉਹਦੇ ਕੋਲੋਂ ਖੋਲ੍ਹੋ, ਉਹ ਕੌਮ ਆਪਣੇ ਆਪ ਖਤਮ ਹੋ ਜਾਂਦੀ ਆ। ਇਹ ਵੀ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਥ ਦੀ ਪੰਜਾਬ ਦੀ ਲਗਾਤਾਰ ਨੁਮਾਇੰਦਗੀ ਕਰਦਾ ਰਿਹਾ ਹੈ, ਤਾਂ ਅੱਜ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੜਿੱਕਾ ਰਿਹਾ ਹੈ ਸਦਾ ਹੀ। ਤਾਂ ਪਿਛਲੇ ਸਮੇਂ ਦੇ ਦਰਮਿਆਨ ਦੇਖਿਆ ਜਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ, ਮੌਜੂਦਾ ਸਮੇਂ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਗੱਠਜੋੜ ਹੋ ਜਾਂਦਾ ਹੈ, ਜਿਹੜਾ ਲਗਾਤਾਰ ਸ਼ਿਵ ਸੈਨਾ ਸਿੱਖਾਂ ਦੇ ਵਿਰੋਧ ਦੇ ਵਿੱਚ ਨਿੱਤਰਦਾ ਰਿਹਾ ਹੈ। ਫਿਰ ਇਸ ਮਸਲੇ ਨੂੰ ਕਿਵੇਂ ਦੇਖਿਆ ਜਾਵੇ? ਭਾਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਬਾਦਲ ਕਦੋਂ ਪੰਥਕ ਪਾਰਟੀ ਆ। 1996 ਦੇ ਵਿੱਚ ਮੈਂ ਮੋਗੇ ਰੈਲੀ ਹੋਈ ਆ,
ਉੱਥੇ ਬਿਲਕੁਲ ਕਲੀਅਰ ਕਰਕੇ ਉਹਨਾਂ ਨੇ ਕਹਿਤਾ ਇਹ ਤਾਂ ਪੰਜਾਬ ਦੀ ਪਾਰਟੀ ਹੈ, ਖਤਮ ਕਰ ਦਿੱਤੀ ਹੈ ਪੰਥਕ ਪਾਰਟੀ, ਤਾਂ ਉਹਨਾਂ ਨੇ ਖਤਮ ਹੀ ਕਰ ਦਿੱਤਾ, ਸੰਵਿਧਾਨ ਹੀ ਚੇਂਜ ਕਰਤਾ। ਫਿਰ ਜਥੇਦਾਰ ਅਕਾਲ ਤਖਤ ਸਾਹਿਬ ਝੂਠ ਬੋਲਦੇ ਨੇ? ਦੇਖੋ ਜੀ ਜਥੇਦਾਰ ਸਾਹਿਬ ਤਾਂ ਮੈਂ ਬੇਨਤੀ ਕਰਦਾ, ਬੜੀਆਂ ਗੱਲਾਂ ਕਰਦੇ ਨੇ ਜਥੇਦਾਰ ਹਰਪ੍ਰੀਤ ਸਿੰਘ, ਅਕਾਲੀ ਫੂਲਾ ਸਿੰਘ ਦੀਆਂ ਗੱਲਾਂ ਕਰਦੇ ਨੇ ਜੀ। ਜਥੇਦਾਰ ਅਕਾਲੀ ਫੂਲਾ ਸਿੰਘ ਇੱਦਾਂ ਸੀ, ਜਥੇਦਾਰ ਨੂੰ ਤੁਹਾਡੇ ਚੈਨਲ ਦੇ ਜ਼ਰੂਰ ਕਹਿਣਾ ਚਾਹੁੰਦਾ, ਉਹ ਜਥੇਦਾਰ ਸੀ ਸਾਡੀ ਕੌਮ ਦਾ। ਜਦੋਂ ਰਣਜੀਤ ਸਿੰਘ ਮਹਾਰਾਜਾ ਨੂੰ, ਜਿਹੜੇ ਇੱਕ ਆਜ਼ਾਦ ਮੁਲਕ ਦਾ ਰਾਜਾ ਸੀ, ਉਹਨੂੰ ਕਹਿੰਦਾ ਸੀ ਬੰਨੋ ਇਹਨੂੰ ਕਾਣੇ ਨੂੰ, ਕਹਿੰਦਾ ਐਡੀ ਜ਼ੁਰਤ ਰੱਖਦਾ ਸੀਗਾ। ਅੱਜ ਜਥੇਦਾਰ 'ਚ ਜ਼ੁਰਤ ਹੈ। ਮੈਨੂੰ 4 ਦਿਨ ਹੋ ਗਏ ਜਥੇਦਾਰ ਨੂੰ ਫੋਨ ਲਾਉਂਦੇ ਨੂੰ, ਮੈਂ ਕਿਹਾ ਜੀ ਮੇਰੀ ਜਥੇਦਾਰ ਨਾਲ ਗੱਲ ਕਰਾਓ। ਉਹਦਾ ਦੇ ਸੇਵਕ ਕਹਿੰਦੇ ਜੀ ਉਹ ਤਾਂ ਬੀਜੀ ਨੇ, ਗੱਲ ਦੱਸੋ ਕੀ ਕਰਨੀ ਆ। ਮੈਂ ਕਿਹਾ ਗੱਲ ਕਰਨੀ ਆ, ਤੁਸੀਂ ਸ਼ਿਵ ਸੈਨਾ ਦੇ ਨਾਲ ਸਮਝੌਤਾ ਕਰ ਗਿਆ ਤੁਹਾਡਾ ਸੁਖਬੀਰ ਬਾਦਲ, ਤਾਂ ਜ਼ੁਰਤ ਆ ਸ਼ੇਖ ਪੰਥ ਦੇ ਵਿੱਚੋਂ। ਬਾਈ ਜੀ ਜਥੇਦਾਰ ਮੋਹਨ ਭਗਵਤ ਤੇ RSS ਦੇ ਇਸ਼ਾਰਿਆਂ ਤੇ ਚੱਲਦਾ। SGPC ਸਾਡੀ RSS ਦੇ ਅੰਡਰ ਆ, ਅਕਾਲ ਤਖਤ ਸਾਹਿਬ ਸਾਡਾ RSS ਦੇ ਅੰਡਰ ਆ, ਬਾਦਲ ਸਥਾਈ ਪੱਕੇ ਮੈਂਬਰ ਨੇ ਮੋਹਨ ਭਗਵਤ ਤੇ RSS ਦੇ। ਕਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ, ਕਿਹੜੀ ਪੰਥਕ ਪਾਰਟੀ ਦੀ ਗੱਲ ਕਰਦੇ ਹੋ? ਇਹ ਤਾਂ ਜੋ ਸਾਰਾ ਕੁਝ ਹੋਇਆ, ਹੁਣ ਸਾਡੇ ਲੋਕ ਕਹਿੰਦੇ ਅਕਾਲ ਤਖਤ ਸਾਹਿਬ ਤੇ ਕਾਂਗਰਸ ਨੇ ਹਮਲਾ ਕੀਤਾ। ਸਾਨੂੰ ਪਤਾ ਕਾਂਗਰਸ ਨੇ ਹਮਲਾ ਕੀਤਾ, ਪਰ ਕਰਾਇਆ ਬਾਦਲ ਨੇ ਆ ਨਾ। ਜੇ ਤੁਸੀਂ 1919 ਵਾਲੇ ਜਲਿਆਂਵਾਲੇ ਬਾਗ ਦੇ ਗੋਲੀਆਂ ਦੇ ਨਿਸ਼ਾਨ ਸਾਂਭ ਕੇ ਰੱਖੇ ਹੋਏ ਨੇ, ਤਾਂ ਜਿਹੜੇ 1984 ਦੇ ਨਿਸ਼ਾਨ ਨੇ ਉਹ ਤਾਂ SGPC ਨੇ ਮਿਟਾਏ ਨੇ ਨਾ, ਸੰਖਮਰ ਥੱਲੇ ਸੰਖਮਰਮਰ ਲਾ ਕੇ। ਉਹ ਤਾਂ ਸਾਡੀ ਕੌਮ ਨੂੰ, ਸਾਡੀ ਆਉਣ ਵਾਲੀ ਨਸਲ ਨੂੰ ਪਤਾ ਹੀ ਨਾ ਲੱਗੇ ਕਿ 1984 'ਚ ਹੋਇਆ ਕੀ ਸੀ। RSS ਨੇ ਉਹ ਨਿਸ਼ਾਨ ਬਾਦਲ ਨੂੰ ਕਹਿ ਕੇ ਮਿਟਾਏ ਨੇ। ਉਹ ਥੋੜ੍ਹਾ ਜਿਹਾ ਜਿਹੜਾ ਜਗ੍ਹਾ ਰਹਿ ਗਈ, ਉਹ ਅਸੀਂ ਰੌਲਾ ਪਾਇਆ, ਕੌਮ ਨੇ ਰੌਲਾ ਪਾਇਆ ਤਾਂ ਬੱਗੀ ਬਾਈ ਇਹ RSS ਦੀ ਟੀਮ ਆ, ਇਹਨੂੰ ਕੋਈ ਪੰਥਕ ਪਾਰਟੀ ਨਹੀਂ। ਜਥੇਦਾਰ ਹਰਪ੍ਰੀਤ ਸਿੰਘ ਨੂੰ ਕਹਿੰਦਾ ਜੁਰਤ ਦਿਖਾਓ ਹੁਣ ਜਥੇਦਾਰਾਂ ਵਾਲੀ, ਇਹਨਾਂ ਨੂੰ ਪੰਥ 'ਚੋਂ ਛੇਕੋ, ਇਹਨਾਂ ਦਾ ਬਾਈਕਾਟ ਕਰਨ ਦਾ ਹੁਕਮ ਕਰੋ। ਉਹ ਸ਼ਿਵ ਸੈਨਾ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੀ ਆ, ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਅੱਤਵਾਦੀ ਦੱਸਦੀ ਆ, ਤੇ ਅੱਜ ਇਹਨਾਂ ਨਾਲ ਯਾਰੀਆਂ ਪਗਾ ਰਹੇ ਨੇ। ਬਾਈ ਜੀ ਇਹ ਕੋਈ ਪੰਥਕ ਪਾਰਟੀ ਨਹੀਂ, ਤੇ ਜਥੇਦਾਰ ਵੀ ਸਾਡੇ ਕੌਮ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ, ਅਕਾਲ ਤਖਤ ਸਾਹਿਬ ਦੇ। ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ। ਇਹ RSS ਤੇ BJP ਦੇ ਤੇ ਬਾਦਲਾਂ ਦੇ ਜਥੇਦਾਰ ਜ਼ਰੂਰ ਹੋ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਜਿਹੜੇ ਵਿਧਾਇਕ ਨੇ, ਉਮੀਦਵਾਰ ਨੇ, ਸਰਦਾਰ ਵਰਿੰਦਰ ਸਿੰਘ ਸੇਖੋਂ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ, ਪੰਜਾਬ ਦੇ ਪੰਥ ਦੇ ਮੁੱਦਿਆਂ ਦੀ ਗੱਲ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।